ਧੰਨ ਵਾਹਿਗੁਰੂ। ਸਾਹਿਬ ਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ, ਪੁੱਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਬਲਿਹਾਰੀ ਗੁਰ ਆਪਣੇ, ਦਿਉ ਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਸਮੂਹ ਖਾਲਸਾ ਰੂਪ ਸਤ ਸੰਗਤ ਜੀਓ, ਵਡਭਾਗੇ ਹਾਂ ਜੋ ਕਿ ਸਾਨੂੰ ਸਾਰਿਆਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਨਿੱਘੀ ਗੋਦ ਦੇ ਅੰਦਰ ਜੁੜ ਬੈਠਣ ਦਾ ਇਹ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਸੋ ਅੱਜ ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤਿਨਾਂ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਬਹੁਤ ਹੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਹੇ ਹਾਂ। ਸੋ ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੇ ਵਿੱਚ ਇੱਕ ਨਿੱਕੀ ਜਿਹੀ ਝਾਤ ਮਾਰਨ ਦਾ ਯਤਨ ਕਰੀਏ। ਵੇਖੀਏ ਕਿ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਜੀਵਨ ਜਿਹੜਾ ਹੈ ਉਹ ਕਿੰਨਾ ਕੁ ਮਹਾਨ ਹੈ। ਤੋ ਗੁਰਮਤ ਵਿਚਾਰਾਂ ਇਤਿਹਾਸਕ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਾਰੇ ਪਿਆਰ ਤੇ ਅਦਬ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋ ਜਦੋਂ ਵੀ ਅਸੀਂ ਕਿਸੇ ਵੀ ਗੁਰੂ ਸਾਹਿਬਾਨ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਅਕਸਰ ਸਾਡੀ ਰਸਨਾ ਤੋਂ ਸਾਡੀ ਜ਼ਬਾਨ ਤੋਂ ਇੱਕ ਗੱਲ ਜਿਹੜੀ ਹੈ ਉਹ ਆਮ ਤੌਰ 'ਤੇ ਨਿਕਲ ਜਾਂਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਚੌਥੀ ਜੋਤ, ਜਾਂ ਅਸੀਂ ਸ਼ਬਦ ਵਰਤਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੰਜਵੀਂ ਜੋਤ,
ਗੁਰੂ ਨਾਨਕ ਪਾਤਸ਼ਾਹ ਜੀ ਦੀ 6ਵੀਂ ਜੋਤ। ਇਸੇ ਤਰ੍ਹਾਂ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜ਼ਿਕਰ ਹੁੰਦਾ ਹੈ ਤੇ ਅਸੀਂ ਆਖਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ 7ਵੀਂ ਜੋਤ। ਇਸੇ ਤਰ੍ਹਾਂ 8ਵੀਂ ਜੋਤ, ਫਿਰ 9ਵੀਂ ਜੋਤ, ਫਿਰ 10ਵੀਂ ਜੋਤ। ਬੇਨਤੀ ਕਰਦੇ ਹਾਂ ਕਿ ਜੋਤ ਜਿਹੜੀਆਂ ਨੇ ਉਹ 10 ਨਹੀਂ ਜੇ ਹੋਈਆਂ। ਫਿਰ ਬੇਨਤੀ ਨੂੰ ਧਿਆਨ ਦੇ ਨਾਲ ਸੁਣਿਓ ਕਿ ਭਾਵੇਂ ਅਸੀਂ ਹਰੇਕ ਪਾਤਸ਼ਾਹ ਜੀ ਦੇ ਨਾਲ ਪਹਿਲੇ ਪਾਤਸ਼ਾਹ ਜੀ ਦੀ ਜੋਤ, ਦੂਜੀ ਤੀਜੀ ਜੋਤ ਦਾ ਅਸੀਂ ਜ਼ਿਕਰ ਕਰਦੇ ਹਾਂ, ਫਿਰ ਬੇਨਤੀ ਕਰਦੇ ਹਾਂ ਕਿ ਜੋਤ ਜਿਹੜੀ ਹੈ ਉਹ 10 ਨਹੀਂ ਜੇ ਹੋਈਆਂ, ਜੋਤ ਕੇਵਲ ਇੱਕੋ ਹੀ ਸੀ। ਸਰੀਰ ਉਹ ਜੋਤ ਜਿਹੜੀ ਹੈ, ਇਸ ਦੇ ਵਿੱਚ ਕੋਈ ਦੋ ਰਾਵਾ ਨਹੀਂ, ਕੋਈ ਸ਼ੰਕਾ ਨਹੀਂ ਕਿ ਉਹ ਜੋਤ ਜਿਹੜੀ ਹੈ ਉਹ 10 ਜਾਮਿਆਂ ਦੇ ਵਿੱਚ ਜਿਹੜੀ ਹੈ ਉਹ ਘੁੰਮ ਕੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਟਿਕੀ ਹੋਈ ਹੈ। ਪਰ ਜੋਤ ਇੱਕੋ ਸੀ, ਕੋਈ ਦੂਜੀ ਜਾਂ ਤੀਜੀ ਜੋਤ ਹੋਰ ਕੋਈ ਨਹੀਂ ਜੇ ਹੋ ਸਕਦੀ। ਗੁਰਬਾਣੀ ਦੇ ਵਿੱਚ ਵੀ ਅਸੀਂ ਇਹਨਾਂ ਪਾਵਨ ਬਚਨਾਂ ਨੂੰ ਪੜ੍ਹਦੇ ਹਾਂ। ਜੋਤ 오ਹਾ ਸਾਏ ਜੁਗਤ ਸਹਿ ਕਾਇਆ ਫੇਰ ਪਲਟੀ ਹੈ। ਕਾਇਆ ਦਾ, ਸਰੀਰ ਦਾ ਜਿਹੜਾ ਹੈ ਉਹ ਪਲਟਾ ਵੱਜਾ ਹੈ, ਜੋਤ ਦਾ ਪਲਟਾ ਨਹੀਂ। ਜੋਤ ਤਾਂ ਇੱਕੋ ਹੀ ਸੀ। ਉਦਾਹਰਨ ਦੇ ਦਿਆਂ, ਮੰਨ ਲਈਏ ਕਿ ਮੇਰਾ ਕੋਈ ਮਿੱਤਰ ਜਿਹੜਾ ਹੈ ਉਹ ਕਿਸੇ ਇੱਕ ਸਥਾਨ ਤੇ ਰਹਿੰਦਾ ਹੈ, ਕਿ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਗਿਆ ਤੇ ਮਿਲਣ ਤੋਂ ਬਾਅਦ ਕਿ ਮੈਂ ਮਿਲਣ ਤੋਂ ਪਹਿਲਾਂ ਉਸ ਨੂੰ ਉਹਦਾ ਪਤਾ ਐਡਰੈਸ ਪੁੱਛਿਆ ਹੈ ਤੇ ਮੈਂ ਉਸ ਨੂੰ ਮਿਲਣ ਵਾਸਤੇ ਗਿਆ ਹਾਂ। ਦੁਬਾਰਾ ਫਿਰ ਜਦੋਂ ਮੈਂ ਉਸ ਥਾਂ ਤੇ ਪਹੁੰਚਦਾ ਹਾਂ ਤੇ ਮਿੱਤਰ ਨੂੰ ਆਖਦਾ ਹਾਂ ਕਿ ਮੈਂ ਇਸ ਸ਼ਹਿਰ ਦੇ ਵਿੱਚ ਫਿਰ ਆਇਆ ਹਾਂ, ਕਿ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ, ਕਿ ਦੱਸ ਤੂੰ ਕਿੱਥੇ ਹੈ। ਮਿੱਤਰ ਆਖਦਾ ਹੈ ਕਿ ਜਿੱਥੇ ਮੈਂ ਪਹਿਲਾਂ ਰਹਿੰਦਾ ਸਾਂ ਮੈਂ ਉੱਥੇ ਨਹੀਂ, ਕਿ ਹੁਣ ਮੇਰਾ ਪਤਾ ਜਿਹੜਾ ਹੈ, ਟਿਕਾਣਾ ਹੈ, ਉਹ ਜਿਹੜਾ ਹੈ ਉਹ ਦੂਜੀ ਥਾਂ ਤੇ ਹੈ। ਫਿਰ ਮੈਂ ਉਸ ਦੇ ਕੋਲ ਆਪਣੀ ਡਾਇਰੀ ਦੇ ਵਿੱਚ ਉਹਦਾ ਐਡਰੈਸ ਪਤਾ ਨੋਟ ਕਰ ਲੈਂਦਾ ਹਾਂ, ਫਿਰ ਮੈਂ ਮਿੱਤਰ ਨੂੰ ਮਿਲਦਾ ਹਾਂ। ਇਸੇ ਤਰ੍ਹਾਂ ਫਿਰ ਤੀਜੇ ਵਾਰੀ ਫਿਰ ਉਹ ਆਪਣੇ ਘਰ ਨੂੰ, ਪਤੇ ਨੂੰ ਬਦਲ ਦਿੰਦਾ ਹੈ, ਚੇਂਜ ਕਰ ਦਿੰਦਾ ਹੈ। ਭਾਵੇਂ ਮੈਂ 10 ਮਿੱਤਰਾਂ ਨੂੰ ਮਿਲਿਆ ਹੋਵਾਂ, ਪਰ ਮਿੱਤਰ ਫਿਰ ਆਖਦਾ ਹੈ ਕਿ ਹੁਣ ਮੈਂ ਆਪਣਾ ਟਿਕਾਣਾ ਜਿਹੜਾ ਹੈ ਉਹ ਇੱਕ ਥਾਂ ਤੇ ਕਰ ਲਿਆ ਹੈ, ਹੁਣ ਥਾਂ ਥਾਂ ਤੇ ਨਹੀਂ। ਫਿਰ ਮੈਂ ਮਿੱਤਰ ਨੂੰ ਆਖਦਾ ਹਾਂ ਕਿ ਮੈਂ ਹੁਣ ਤੇਰਾ ਪਤਾ, ਤੇਰਾ ਐਡਰੈਸ ਜਿਹੜਾ ਹੈ ਉਹ ਡਾਇਰੀ ਦੇ ਉੱਤੇ ਨਹੀਂ, ਆਪਣੀ ਦਿਲ ਦੀ ਡਾਇਰੀ ਦੇ ਉੱਤੇ ਨੋਟ ਕਰਾਂਗਾ। ਇਸੇ ਤਰ੍ਹਾਂ ਭਾਵੇਂ ਸਰੀਰ ਕਾਇਆ 10 ਸੀ ਪਰ ਜੋਤ ਇੱਕੋ ਹੀ ਸੀ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਟਿਕਾਣਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੀਤਾ ਹੋਇਆ ਹੈ। ਅਸੀਂ ਪਿਛਲੇ ਦਿਨੇ ਆਪ ਸਾਰਿਆਂ ਨੇ ਵੀ ਵੇਖਿਆ ਵੀ ਹੋਵੇਗਾ, ਸੁਣਿਆ ਵੀ ਹੋਵੇਗਾ, WhatsApp ਤੇ ਬੜਾ ਹੀ ਪ੍ਰਚਾਰ ਵੀ ਕੀਤਾ ਗਿਆ ਸੀ ਇਸ ਗੱਲ ਦਾ ਕਿ ਕਿਸੇ ਨੂੰ ਕਹਿੰਦੇ ਨੇ ਕਿ ਚੰਦਰਮਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੀਦਾਰੇ ਹੋਏ ਨੇ। ਸ਼ਾਇਦ ਆਪ ਜੀ ਨੇ ਵੀ ਵੇਖਿਆ ਹੋਵੇਗਾ। ਉਹ ਮੈਸੇਜ ਜਿਹੜਾ ਹੈ ਉਹ ਜਿਸ ਨੇ ਦੂਜੇ ਨੂੰ ਸੈਂਡ ਕੀਤਾ ਹੈ ਤੇ ਆਖਦਾ ਹੈ ਕਿ ਇਸ ਮੈਸੇਜ ਨੂੰ 10 ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਜੇ ਕਿ ਤੁਹਾਨੂੰ ਵੀ ਚੰਦਰਮਾ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਹੋਣਗੇ। ਬੇਨਤੀ ਕਰਦੇ ਹਾਂ ਕਿ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ ਹੋਏ ਤੇ ਉਸ ਨੂੰ ਕਿਤੇ ਵੀ ਨਹੀਂ ਜੇ ਹੋ ਸਕਦੇ। ਕਿ ਗੁਰੂ ਨਾਨਕ ਜਿਹੜਾ ਹੈ ਉਹ ਕਿਤੇ ਪਹਾੜਾਂ ਦੇ ਵਿੱਚ ਨਹੀਂ ਰਹਿੰਦਾ, ਗੁਰੂ ਨਾਨਕ ਕਿਤੇ ਪਹਾੜਾਂ ਦੀ ਕੰਧਰਾਂ ਦੇ ਵਿੱਚ ਨਹੀਂ ਰਹਿੰਦਾ, ਗੁਰੂ ਨਾਨਕ ਜਿਹੜਾ ਹੈ ਉਹ ਕਿਤੇ ਮੂਰਤੀਆਂ ਦੇ ਵਿੱਚ, ਤਸਵੀਰਾਂ ਦੇ ਵਿੱਚ ਨਹੀਂ ਰਹਿੰਦਾ। ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਕਿ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੇ। ਗੁਰੂ ਨਾਨਕ ਪਾਤਸ਼ਾਹ ਜੀ ਦਾ ਟਿਕਾਣਾ ਜਿਹੜਾ ਹੈ ਉਹ ਹੈ ਬਾਣੀ ਦੇ ਵਿੱਚ, ਸ਼ਬਦ ਦੇ ਵਿੱਚ। ਤੋਂ ਬੇਨਤੀ ਕਰਦੇ ਹਾਂ ਕਿ ਜੇਕਰ ਕਿ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਥੇ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਨੂੰ ਅਸੀਂ ਮਨਾ ਰਹੇ ਹਾਂ, ਜੇਕਰ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸੀਂ ਦਰਸ਼ਨ ਦੀਦਾਰੇ ਕਰਨੇ ਨੇ ਤੇ ਉਹਨਾਂ ਦੇ ਦਰਸ਼ਨ ਜਿਹੜੇ ਨੇ ਉਹ ਤਸਵੀਰਾਂ ਦੇ ਵਿੱਚੋਂ, ਮੂਰਤੀਆਂ ਦੇ ਵਿੱਚੋਂ ਨਹੀਂ, ਕਿ ਅਸੀਂ ਗੁਰੂ ਪਾਤਸ਼ਾਹ ਜੀ ਦੇ ਦੀਦਾਰੇ ਜਿਹੜੇ ਨੇ ਉਹ ਉਹਨਾਂ ਦੀ ਬਾਣੀ ਦੇ ਵਿੱਚੋਂ, ਉਹਨਾਂ ਦੇ ਇਤਿਹਾਸ ਦੇ ਵਿੱਚੋਂ ਕਰੀਏ। ਵੈਸੇ ਇੱਕ ਵਿਦਵਾਨ ਆਖਦਾ ਹੈ कि जिनके दिन मनाते हो उनकी बात भी मानो, कि जिन्हां दे दिन मनाउंदे हो उन्हां दी गल भी मनो। जेकर के दिन मनाए ने गल मन्नी नहीं माफ़ करना, जे जैसा मनाया तैसा ना मनाया एको ही बराबर है। जे दिन मनाउंदे हाँ गुरु साहिबाना दे ते गुरु साहिबाना दे दिन मनाउण तो बाद उन्हां दी गल नूं भी असीं मनीए, अपने जीवन दे विच लागू भी करिए, तां ही साडे ये दिन दिहाड़े मनाए जिहड़े ने ये सफले ने। इसे तरह
ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਆਪਾਂ ਸਾਰੇ ਕਰਦੇ ਹਾਂ, ਆਪ ਜੀ ਵੀ ਕਰਦੇ ਹੋਵੋਗੇ। ਜਦੋਂ ਵੀ ਗੁਰਬਾਣੀ ਨੂੰ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਵਿੱਚ ਅਖੀਰ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਬਿਨਵੰਤ ਨਾਨਕ ਪਰਣਵਤ ਨਾਨਕ ਕਹਿ ਨਾਨਕ। ਜਦੋਂ ਅਸੀਂ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ, ਉਸ ਬਾਣੀ ਦੇ ਵਿੱਚ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿ ਨਾਨਕ ਪਰਣਵਤ ਨਾਨਕ ਬਿਨਵੰਤ ਨਾਨਕ ਸ਼ਬਦ ਵਰਤਿਆ ਹੈ। ਕਿਤੇ ਵੀ ਇਹ ਸ਼ਬਦ ਨਹੀਂ ਵਰਤਿਆ ਕਿ ਕਹਿ ਅਮਰਦਾਸ, ਬਿਨਵੰਤ ਅਮਰਦਾਸ ਜਾਂ ਪ੍ਰਣਵਤ ਅਮਰਦਾਸ, ਕਿਤੇ ਵੀ ਨਹੀਂ ਵਰਤਿਆ। ਫਿਰ ਅਸੀਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਵੀ ਅਸੀਂ ਸਾਰੇ ਹੀ ਪੜ੍ਹਦੇ ਹਾਂ। ਉਸ ਦੇ ਵਿੱਚ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਹਿ ਨਾਨਕ ਬਿਨਵੰਤ ਨਾਨਕ ਪ੍ਰਣਵਤ ਨਾਨਕ। ਕਿਤੇ ਵੀ ਇਸ ਗੱਲ ਦਾ ਜ਼ਿਕਰ ਨਹੀਂ ਆਉਂਦਾ ਕਹਿ ਅਰਜੁਨ ਦੇਵ ਜਾਂ ਬਿਨਵੰਤ ਅਰਜੁਨ, ਕਿਤੇ ਨਹੀਂ ਜ਼ਿਕਰ ਆਉਂਦਾ। ਫਿਰ ਮੇਰੇ ਮਨ ਦੇ ਅੰਦਰ ਖਿਆਲ ਆਇਆ ਕਿ ਭਲਿਆ ਤੇਰੀ ਮੱਤ ਜਿਹੜੀ ਹੈ ਉਹ ਬਹੁਤ ਛੋਟੀ ਹੈ। ਭਾਵੇਂ ਕਾਇਆ ਦਾ ਪਲਟਾ ਵੱਜਿਆ ਹੈ, ਕਾਇਆ ਭਾਵੇਂ ਪੰਜਵੀਂ ਹੈ, ਪਰ ਜੋਤ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਵਾਲੀ ਹੈ, ਵਿਚਾਰਧਾਰਾ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਵਾਲੀ ਹੈ। ਖੈਰ, ਜਦੋਂ ਅਸੀਂ ਕਿਤੇ ਕੋਈ ਆਤਮ ਹੱਤਿਆ ਸੁਸਾਈਡ ਕਰਦਾ ਹੈ, ਕੋਈ ਕਿਤੇ ਸੁਸਾਈਡ ਕਰ ਰਿਹਾ ਹੈ, ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਜੀਵਨ ਨੂੰ ਜਿਉਂ ਕੇ ਵਿਖਾਇਆ ਹੈ। ਭਲਿਆ ਤੇਰੇ ਜੀਵਨ ਦੇ ਅੰਦਰ ਜਿੰਨਾ ਕੁ ਮਰਜ਼ੀ ਦੁੱਖ ਆਵੇ, ਪਰ ਤੂੰ ਕਦੇ ਡੋਲਣਾ ਨਹੀਂ, ਤੂੰ ਦੁੱਖਾਂ ਦੇ ਵਿੱਚ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ। ਬੇਨਤੀ ਕਰਦੇ ਹਾਂ, ਭਾਵੇਂ ਅਸੀਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਹੱਥ ਜੋੜ ਕੇ ਅਰਦਾਸਾਂ ਕਰਦੇ ਹਾਂ ਕਿ ਇਹ ਸਤਿਗੁਰੂ ਪਾਤਸ਼ਾਹ ਜੀ, ਕਿ ਮੇਰੇ ਜੀਵਨ ਦੇ ਵਿੱਚ ਕੋਈ ਦੁੱਖ ਨਾ ਜੇ ਆਵੇ। ਸਾਰੇ ਹੀ ਅਰਦਾਸਾਂ ਕਰਦੇ ਹਾਂ। ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਕਹਿੰਦੇ ਨੇ, ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਈ। ਹਰੇਕ ਮਨੁੱਖ ਜਿਹੜਾ ਹੈ ਉਹ ਸੁੱਖਾਂ ਦੇ ਵਾਸਤੇ ਹੀ ਯਤਨ ਕਰਦਾ ਹੈ। ਭਾਵੇਂ ਅਸੀਂ ਬੱਚਿਆਂ ਨੂੰ ਵਿਦੇਸ਼ ਦੇ ਵਿੱਚ ਭੇਜਦੇ ਹਾਂ, ਭਾਵੇਂ ਕੋਈ ਕਾਰੋਬਾਰ ਕਰਦੇ ਹਾਂ, ਭਾਵੇਂ ਕੋਈ ਮਕਾਨ ਲੈਂਦੇ ਹਾਂ, ਭਾਵੇਂ ਕੋਈ ਗੱਡੀ ਖਰੀਦਦੇ ਹਾਂ, ਹਰੇਕ ਹੀ ਯਤਨ ਜਿਹੜਾ ਹੈ ਉਹ ਸੁੱਖਾਂ ਵਾਸਤੇ ਮਨੁੱਖ ਕਰਦਾ ਹੈ। ਪਰ ਬੇਨਤੀ ਕਰਦੇ ਹਾਂ ਕਿ ਜਦੋਂ ਅਸੀਂ ਗੁਰੂ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ, ਸਤਿਗੁਰੂ ਜੀ ਮੇਰੇ ਜੀਵਨ ਦੇ ਵਿੱਚ ਕੋਈ ਦੁੱਖ ਨਾ ਜੇ ਆਵੇ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਭਲਿਆ ਦੁੱਖ ਸੁੱਖ ਦੋਹਰੇ ਕੱਪੜੇ ਪਹਿਰੇ ਜਾਏ। ਮਨੁੱਖ ਜੀਵਨ ਦੇ ਵਿੱਚ ਦੁੱਖ ਵੀ ਆਉਣਾ ਹੈ ਤੇ ਸੁੱਖ ਵੀ ਆਉਣਾ ਹੈ। ਅਰਦਾਸ ਕੀ ਕਰੀਏ? ਅਰਦਾਸ ਕਰੀਏ, ਸਤਿਗੁਰੂ ਜੀ ਜੇ ਕਰਕੇ ਜੀਵਨ ਦੇ ਵਿੱਚ ਸੁੱਖ ਆਵੇਗਾ ਤੇ ਦੁੱਖ ਵੀ ਆਵੇਗਾ। ਅਰਦਾਸ ਕਰੀਏ, ਸਤਿਗੁਰੂ ਪਾਤਸ਼ਾਹ ਜੀ ਕਿ ਦੁੱਖ ਦੀ ਘੜੀ ਦੇ ਵਿੱਚ ਵੀ ਮੈਨੂੰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਹਿੰਮਤ ਬਖਸ਼ੋ। ਮੈਨੂੰ ਸਿੱਖਿਆ ਦੇਵੋ ਕਿ ਮੈਂ ਜੀਵਨ ਦੇ ਵਿੱਚ ਜਿੰਨਾ ਕੁ ਮਰਜ਼ੀ ਵੱਡਾ ਦੁੱਖ ਆ ਜਾਵੇ, ਕਿ ਮੈਂ ਆਪਣੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਹਿਣਾ ਹੈ। ਅਸੀਂ ਗੁਰੂ ਤੋਂ ਇਹ ਮੰਗਣਾ ਹੈ। ਜ਼ਿੰਦਗੀ ਦੇ ਵਿੱਚ ਨਿੱਕਾ ਜਿਹਾ ਦੁੱਖ ਆ ਜਾਵੇ ਤੇ ਅਸੀਂ ਆਖਦੇ ਹਾਂ ਬਹੁਤ ਦੁਖੀ ਹਾਂ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹੀਏ, ਵਾਚੀਏ। ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਸਾਰੇ ਹੀ ਦੁੱਖ ਨੇ। ਜਦੋਂ ਅਸੀਂ ਸਮਾਜਿਕ ਪੱਧਰ ਦੇ ਤੌਰ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਵੇਖਦੇ ਹਾਂ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਬਹੁਤ ਹੀ ਵਿਲੱਖਣ ਹੈ। ਸਾਰੇ ਦੁੱਖਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਪਿੰਡੇ ਤੇ ਹੰਢਾਇਆ ਹੈ। ਇਤਿਹਾਸਕਾਰ ਦੱਸਦੇ ਨੇ ਕਿ 7 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਅਤੇ ਪਿਤਾ ਜੀ ਦੋਵੇਂ ਚੜ੍ਹਾਈ ਕਰ ਗਏ ਨੇ। 7 ਸਾਲ ਦੀ ਉਮਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਯਤੀਮ ਹੋ ਗਏ ਨੇ। ਕਿ ਸੰਸਾਰ ਦੇ ਲੋਕ ਵੇਖਦੇ ਨੇ ਕਿ ਇਹ ਬਾਲਕ ਜਿਹੜਾ ਹੈ ਇਹ ਕਿੱਥੇ ਜਾਵੇਗਾ, ਕਿੱਥੇ ਸ਼ਰਨ ਲਵੇਗਾ, ਕਿੱਥੇ ਰੋਟੀ ਖਾਵੇਗਾ। ਜਦੋਂ ਯਤੀਮ ਹੋ ਗਏ ਨੇ ਤੇ ਸਾਰਿਆਂ ਨੇ ਸਾਥ ਛੱਡ ਦਿੱਤਾ। ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ, ਦੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਈ। ਕਿ ਜਦੋਂ ਜੀਵਨ ਦੇ ਵਿੱਚ ਦੁੱਖ ਆਉਂਦਾ ਹੈ ਤੇ ਸਾਰੇ ਆਪਣੇ ਵੀ ਜਿਹੜੇ ਉਹ ਸਾਥ ਛੱਡ ਜਾਂਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਦੱਸਿਆ ਹੈ ਕਿ ਜੀਵਨ ਦੇ ਵਿੱਚ ਦੁੱਖ ਆ ਜਾਵੇ ਤੇ ਡੋਲਣਾ ਨਹੀਂ। 7 ਸਾਲ ਦੀ ਉਮਰ ਦੇ ਵਿੱਚ ਜਦੋਂ ਯਤੀਮ ਹੋ ਗਏ ਨੇ, ਮਾਤਾ ਵੀ ਚੜ੍ਹਾਈ ਕਰ ਗਈ ਹੈ, ਪਿਤਾ ਵੀ ਚੜ੍ਹਾਈ ਕਰ ਗਏ ਨੇ। ਅੱਜ ਭਾਈ ਜੇਠੇ ਨੂੰ ਪੁੱਛਣ ਵਾਲਾ ਕੋਈ ਨਹੀਂ ਕਿ ਜੇਠਿਆ ਤੂੰ ਪ੍ਰਸ਼ਾਦਾ ਛਕਿਆ ਹੈ ਕਿ ਨਹੀਂ ਛਕਿਆ ਹੈ, ਕਿਤੇ ਭੁੱਖਾ ਤਾਂ ਨਹੀਂ ਸੋ ਗਿਆ। ਭਾਈ ਜੇਠੇ ਨੂੰ ਪੁੱਛਣ ਵਾਲਾ ਕੋਈ ਨਹੀਂ ਕਿ ਭਾਈ ਜੇਠਿਆ ਕਿ ਥੱਲੇ ਕੁਝ ਬਿਸਤਰਾ ਵਿਛਾਇਆ ਹੈ, ਕਿਤੇ ਭੁੰਜੇ ਤਾਂ ਧਰਤੀ ਤੇ ਤਾਂ ਨਹੀਂ ਸੋ ਗਿਆ ਕਿਤੇ।
ਪੁੱਛਣ ਵਾਲਾ ਕੋਈ ਨਹੀਂ। ਇੱਥੋਂ ਤੱਕ ਇਤਿਹਾਸਕਾਰ ਦੱਸਦੇ ਨੇ ਕਿ ਜਦੋਂ ਭਾਈ ਜੇਠਾ ਜੀ ਬਾਹਰ ਗਲੀ ਦੇ ਵਿੱਚ ਖੇਡਣ ਵਾਸਤੇ ਜਾਂਦੇ ਸਨ, ਉਹ ਸੰਸਾਰਿਕ ਲੋਕ ਜਿਹੜੇ ਬਾਸਰਕੇ ਦੀ ਧਰਤੀ ਤੇ ਚੁੰਨਾ ਮੰਡੀ ਲਾਹੌਰ ਦੀ ਧਰਤੀ ਤੇ ਰਹਿੰਦੇ ਸਨ। ਚੁੰਨੇ ਦਾ ਅਰਥ ਹੈ ਆਟਾ, ਭਾਵ ਕਿ ਚੁੰਨਾ ਮੰਡੀ ਲਾਹੌਰ ਜਿਹੜਾ ਹੈ ਉਹ ਵਪਾਰ ਦਾ ਵੀ ਬਹੁਤ ਵੱਡਾ ਕੇਂਦਰ ਸੀ, ਜਿੱਥੇ ਹੀਰਿਆਂ ਦੀ ਪਰਖ ਵੀ ਕੀਤੀ ਜਾਂਦੀ ਸੀ। ਪਰ ਜਿਹੜਾ ਇਹ ਅਮੋਲਕ ਹੀਰਾ ਜਿਸ ਨੇ ਇਸ ਚੁੰਨਾ ਮੰਡੀ ਲਾਹੌਰ ਦੀ ਧਰਤੀ ਤੇ ਪ੍ਰਕਾਸ਼ ਧਾਰਿਆ, ਜੇ ਮਾਫ ਕਰਨਾ ਕਿ ਉਹ ਮਨੁੱਖ ਜਿਹੜੇ ਨੇ ਇਸ ਹੀਰੇ ਦੀ ਪਰਖ ਨਹੀਂ ਜੇ ਕਰ ਸਕੇ। ਕੋਈ ਪੁੱਛਣ ਵਾਲਾ ਨਹੀਂ, ਕੋਈ ਸਾਰ ਲੈਣ ਵਾਲਾ ਨਹੀਂ ਕਿ ਜਦੋਂ ਭਾਈ ਜੇਠਾ ਜੀ ਗਲੀ ਦੇ ਵਿੱਚ ਖੇਡਣ ਵਾਸਤੇ ਜਾਂਦੇ ਸਨ, ਲੋਕ ਜਿਹੜੇ ਸਨ ਆਪਣੇ ਬੱਚਿਆਂ ਨੂੰ ਰੋਕਦੇ ਸਨ, ਉਂਗਲੀਆਂ ਫੜ ਕੇ ਖਿੱਚ ਕੇ ਆਪਣੇ ਘਰਾਂ ਦੇ ਵਿੱਚ ਵਾੜ ਲੈਂਦੇ ਸਨ ਕਿ ਇਸ ਦੇ ਨਾਲ ਨਹੀਂ ਜੇ ਖੇਡਣਾ, ਕਿ ਇੱਕ ਲਹਿਣਾ ਹੈ, ਇੱਕ ਕੁਲਖਣਾ ਹੈ ਕਿ ਬਚਪਨ ਦੇ ਵਿੱਚ ਆਪਣੇ ਮਾਂ ਪਿਓ ਨੂੰ ਖਾ ਗਿਆ ਹੈ। ਪਰ ਜਦੋਂ ਮਾਤਾ ਪਿਤਾ ਚੜ੍ਹਾਈ ਕਰ ਗਏ ਨੇ, ਨਾਨੀ ਭਾਈ ਜੇਠੇ ਨੂੰ ਚੁੰਨਾ ਮੰਡੀ ਲਾਹੌਰ ਦੀ ਧਰਤੀ ਤੋਂ ਆਪਣੇ ਪਿੰਡ ਬਾਸਰ ਕੇ ਲੈ ਆਈ। ਪਰ ਨਾਨੀ ਨੇ ਇੱਕ ਗੱਲ ਜਿਹੜੀ ਹੈ ਉਹ ਭਾਈ ਜੇਠੇ ਨੂੰ ਆਖ ਦਿੱਤੀ ਕਿ ਭਾਈ ਜੇਠਿਆ, ਕਿ ਮੈਂ ਤੈਨੂੰ ਲੈ ਤਾਂ ਆਈ ਹਾਂ ਪੁੱਤਰ, ਪਰ ਇੱਕ ਇਸ ਗੱਲ ਨੂੰ ਧਿਆਨ ਦੇ ਨਾਲ ਸੁਣੇ ਕਿ ਇੱਥੇ ਕਰੇਂਗਾ ਤੇ ਖਾਵੇਂਗਾ, ਕਿ ਇੱਥੇ ਤੈਨੂੰ ਆਪ ਕਿਰਤ ਕਰਨੀ ਪਵੇਗੀ। ਭਾਈ ਜੇਠੇ ਜੀ ਨੇ ਫਿਰ ਘੁੰਗੜੀਆਂ ਵੇਚਣ ਦਾ ਜਿਹੜਾ ਹੈ ਉਹ ਵਪਾਰ ਕੀਤਾ। ਬੇਨਤੀ ਕਰਦੇ ਹਾਂ, ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ 3 ਉਪਦੇਸ਼ ਪੜ੍ਹਦੇ ਹਾਂ, ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਜਿਸ ਵੀ ਗੁਰੂ ਸਾਹਿਬਾਨ ਦੇ ਜੀਵਨ ਨੂੰ ਅਸੀਂ ਵੇਖ ਲਈਏ, ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਆਪ ਕਿਰਤ ਕੀਤੀ ਹੈ ਤਾਂ ਸਾਨੂੰ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਮਾਫ ਕਰਨਾ ਜੇ ਅੱਜ ਵੀ ਵਾਂਗੂ ਨਹੀਂ, ਅੱਜ ਜਿਹੜੇ ਆਪ ਕਿਰਤ ਨਹੀਂ ਜੇ ਕਰਦੇ, ਸਾਨੂੰ ਉਪਦੇਸ਼ ਕਰਦੇ ਨੇ ਕਿ ਕਿਰਤ ਕਰਿਆ ਕਰੋ। ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕਿਰਤ ਕੀਤੀ ਹੈ ਤਾਂ ਸਾਨੂੰ ਉਪਦੇਸ਼ ਦਿੱਤਾ ਹੈ ਕਿ ਭਲਿਆ ਸਭ ਤੋਂ ਪਹਿਲਾਂ ਉਪਦੇਸ਼ ਹੀ ਕਿਰਤ ਕਰਨ ਦਾ ਹੈ। ਨਾਨੀ ਮਾਂ ਨੇ ਛੋਲੇ ਉਬਾਲ ਕਰਕੇ ਉਹਨਾਂ ਨੂੰ ਨਮਕ ਮਿਰਚ ਲਗਾ ਕੇ ਘੁੰਗੜੀਆਂ ਬਣਾ ਕਰਕੇ ਇੱਕ ਛਾਬੜੀ ਦੇ ਵਿੱਚ ਪਾ ਕਰਕੇ ਭਾਈ ਜੇਠੇ ਦੇ ਸਿਰ ਤੇ ਰੱਖ ਦੇਣਾ ਹੈ, ਤੇ ਭਾਈ ਜੇਠਾ ਜੀ ਗਲੀਆਂ ਦੇ ਵਿੱਚ ਹੋਕਾ ਦਿੰਦੇ ਫਿਰਦੇ ਨੇ, ਘੁੰਗੜੀਆਂ ਵੇਚ ਕੇ ਆਪਣਾ ਤੇ ਨਾਨੀ ਦਾ ਗੁਜ਼ਾਰਾ ਕਰਦੇ ਨੇ। ਦੱਸਦੇ ਨੇ ਕਿ ਇੱਕ ਦਿਨ ਭਾਈ ਜੇਠਾ ਜੀ ਨੂੰ ਕੋਈ ਭਿਖਾਰੀ ਮਿਲਿਆ ਹੈ ਕਿ ਉਹ ਜਿਹੜਾ ਬਹੁਤ ਦਿਨਾਂ ਤੋਂ ਭੁੱਖਾ ਸੀ। ਭਾਈ ਜੇਠੇ ਨੇ ਜਦੋਂ ਪੁੱਛਿਆ, ਆਖਦਾ ਹੈ ਕਿ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ। ਭਾਈ ਜੇਠੇ ਨੇ ਸਾਰੀ ਘੁੰਗੜੀਆਂ ਜਿਹੜੀਆਂ ਨੇ ਉਹਨੂੰ ਛੁਕਾ ਦਿੱਤੀਆਂ ਨੇ। ਘਰ ਦੇ ਵਿੱਚ ਵਾਪਸ ਪਰਤਦੇ ਨੇ ਤੇ ਨਾਨੀ ਮਾਂ ਆਖਦੀ ਹੈ ਕਿ ਪੁੱਤਰ ਜੀ ਕੀ ਗੱਲ, ਅੱਜ ਤਾਂ ਸਾਰਾ ਮਾਲ ਵਿਕ ਗਿਆ ਹੈ, ਕਿ ਵਟਕ ਵੀ ਜਿਹੜੀ ਹੈ ਉਹ ਚੰਗੀ ਹੋਈ ਹੋਵੇਗੀ। ਤੇ ਭਾਈ ਜੇਠਾ ਜੀ ਆਖਦੇ ਨੇ ਕਿ ਨਾਨੀ ਮਾਂ ਕਿ ਅੱਜ ਵਟਕ ਕੋਈ ਨਹੀਂ, ਕਿ ਅੱਜ ਰੱਬੀ ਰੂਹ ਕੋਈ ਭਿਖਾਰੀ ਜਿਹੜਾ ਉਹ ਮਿਲ ਗਿਆ ਸੀ ਕਿ ਜਿਹੜਾ ਬਹੁਤ ਦਿਨਾਂ ਤੋਂ ਭੁੱਖਾ ਸੀ, ਕਿ ਮੈਂ ਸਾਰੀਆਂ ਘੁੰਗੜੀਆਂ ਜਿਹੜੀਆਂ ਨੇ ਉਹਨੂੰ ਛੁਕਾ ਦਿੱਤੀਆਂ ਨੇ। ਨਾਨੀ ਮਾਂ ਦੇ ਮਨ ਤੋਂ ਇੱਕ ਅਰਦਾਸ ਨਿਕਲੀ ਕਿ ਸਤਿਗੁਰੂ ਪਾਤਸ਼ਾਹ ਜੀ, ਕਿ ਜਿੱਥੇ ਭਾਈ ਜੇਠੇ ਨੂੰ ਦਿਲ ਐਡਾ ਵੱਡਾ ਦਿੱਤਾ ਹੈ ਤੇ ਕਿਰਪਾ ਕਰੋ ਕਿ ਇਸ ਬੱਚੇ ਤੇ ਤਰਸ ਕਰੋ। ਚੇਤਾ ਰੱਖੀਏ ਜੀ, ਨਾਨੀ ਦੀ ਕੀਤੀ ਉਹ ਅਰਦਾਸ ਜਿਹੜੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਤੇ ਪ੍ਰਵਾਨ ਹੋਈ ਹੈ। ਅੱਜ ਅਸੀਂ ਵੇਖਦੇ ਹਾਂ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਵਨ ਨਗਰੀ ਤੇ ਭਾਵੇਂ ਸੰਸਾਰ ਦੇ ਸਾਰੇ ਲੋਕ ਭੁੱਖੇ ਸੋ ਜਾਣ, ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਗਰੀ ਤੇ ਕੋਈ ਵੀ ਜਿਹੜਾ ਹੈ ਉਹ ਭੁੱਖਾ ਨਹੀਂ ਜੇ ਸੌਂਦਾ। ਗਿਆਨੀ ਗਿਆਨ ਸਿੰਘ ਨੇ ਤਵਾਰੀਖ ਖਾਲਸਾ ਦੇ ਅੰਦਰ ਇੱਕ ਗੱਲ ਦਾ ਜ਼ਿਕਰ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਆਖਦੇ ਨੇ ਕਿ ਇੱਕ ਮਨੁੱਖ ਸੀ ਕਿ ਜਿਹੜਾ ਆਪਣੀ ਜ਼ਿੰਦਗੀ ਤੋਂ ਬਹੁਤ ਹੀ ਤੰਗ ਹੋ ਗਿਆ ਸੀ, ਕਾਰੋਬਾਰ ਠੱਪ ਹੋ ਗਿਆ ਸੀ, ਬੱਚੇ ਜਿਹੜੇ ਨੇ ਉਹ ਭੁੱਖ ਦੇ ਨਾਲ ਮਰ ਰਹੇ ਸੀ। ਆਪਣੀ ਜੀਵਨ ਦੀ ਲੀਲਾ ਨੂੰ ਸਮਾਪਤ ਕਰਨ ਲੱਗਾ ਤੇ ਤੁਹਾਡੇ ਵਰਗਾ ਕੋਈ ਗੁਰੂ ਨਾਨਕ ਦੇ ਪਿਆਰ ਵਾਲਾ ਸਿੱਖ ਮਿਲਿਆ ਤੇ ਭਾਈ ਸੁਮਨ ਨੂੰ ਆਖਦਾ ਹੈ ਕਿ ਕੀ ਗੱਲ। ਸੁਮਨ ਆਖਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਹਾਂ, ਬਹੁਤ ਦੁੱਖ ਨੇ, ਭੁੱਖੇ ਬੱਚੇ ਜਿਹੜੇ ਨੇ ਉਹ ਭੁੱਖੇ ਮਰ ਰਹੇ ਨੇ। ਆਖਦੇ ਨੇ ਕਿ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਗਰੀ ਦੇ ਵਿੱਚ ਜਾ, ਉਸ ਦੇ ਅਸਥਾਨ ਤੇ ਜਾ। ਆਖਦਾ ਕਿ ਉੱਥੇ ਜਾ ਕੇ ਕੀ ਕਰਾਂਗਾ, ਉੱਥੇ ਰੋਟੀ ਖਾਣ ਨੂੰ ਮਿਲ ਜਾਵੇਗੀ
ਪਰ ਬੱਚੇ ਤਾਂ ਜਿਹੜੇ ਨੇ ਉਹ ਭੁੱਖ ਦੇ ਨਾਲ ਮਰ ਰਹੇ ਨੇ। ਆਖਦੇ ਨੇ ਕਿ ਤੂੰ ਵੀ ਗੁਰੂ ਰਾਮਦਾਸ ਮਹਾਰਾਜ ਜੀ ਵਾਂਗ ਜਿਹੜੀ ਹੈ ਉਹ ਕਿਰਤ ਕਰੀ। ਗਿਆਨੀ ਗਿਆਨ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਭਾਈ ਸੋਮਨ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਗਰੀ ਦੇ ਵਿੱਚ ਜਾ ਕਰਕੇ ਜਦੋਂ ਘੁੰਗਣੀਆਂ ਦਾ ਜਿਹੜਾ ਇਹ ਵਪਾਰ ਸ਼ੁਰੂ ਕੀਤਾ, ਕਿਉਂਕਿ ਜਿਹੜਾ ਘੁੰਗਣੀਆਂ ਵੇਚਣ ਦਾ ਇਹ ਵਪਾਰ ਸੀ ਇਹ ਇੱਕ ਗਰੀਬ ਬੰਦੇ ਦਾ ਵਪਾਰ ਸੀ, ਕਿਉਂਕਿ ਇਸ ਵਪਾਰ ਨੂੰ ਕਰਨ ਵਾਸਤੇ ਬਹੁਤੇ ਪੈਸਿਆਂ ਦੀ ਟੱਕਿਆਂ ਦੀ ਲੋੜ ਨਹੀਂ ਜੇ ਹੁੰਦੀ। ਭਾਈ ਸੋਮਨ ਨੇ ਜਦੋਂ ਇਹ ਵਪਾਰ ਸ਼ੁਰੂ ਕੀਤਾ ਤੇ ਗੁਰੂ ਰਾਮਦਾਸ ਮਹਾਰਾਜ ਜੀ ਵੇਖਦੇ ਨੇ ਕਿ ਕਿਰਤ ਵੀ ਕਰਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਮੰਨ ਰਿਹਾ ਹੈ, ਕਿਰਤ ਵੀ ਕਰਦਾ ਹੈ ਤੇ ਸੰਗਤ ਵੀ ਕਰਦਾ ਹੈ ਕਿ ਨਾਮ ਵੀ ਜਪਦਾ ਹੈ। ਪਰ ਤੀਜਾ ਉਪਦੇਸ਼ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੀ ਕਿ ਵੰਡ ਕੇ ਛਕੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੇਖਨੇ ਹਾਂ ਅੱਜ ਇਹਦਾ ਪਰਚਾ ਲੈਨੇ ਹਾਂ, ਕਿਉਂਕਿ ਜਦੋਂ ਅਸੀਂ ਵੇਖਨੇ ਹਾਂ ਕਿਸੇ ਦੀ ਚੀਜ਼ ਦਾ ਪੜ੍ਹਾਈ ਦਾ ਸਰਟੀਫਿਕੇਟ ਲੈਣਾ ਹੋਵੇ ਤੇ ਸਾਨੂੰ ਪ੍ਰੀਖਿਆ ਦੇਣੀ ਪੈਂਦੀ ਹੈ, ਇਗਜ਼ਾਮ ਦੇਣਾ ਪੈਂਦਾ ਹੈ। ਇਗਜ਼ਾਮ ਤੋਂ ਬਿਨਾਂ ਜਿਹੜਾ ਸਾਡੇ ਕੋਲ ਸਰਟੀਫਿਕੇਟ ਹੋਵੇਗਾ ਉਹਦੀ ਕੋਈ ਕੀਮਤ ਨਹੀਂ। ਤੇ ਜਦੋਂ ਭਾਈ ਸੋਮਨ ਜੀ ਘੁੰਗਣੀਆਂ ਵੇਚ ਰਹੇ ਸਨ ਤੇ ਗੁਰੂ ਰਾਮਦਾਸ ਮਹਾਰਾਜ ਜੀ ਟਹਿਲਦੇ ਜਦੋਂ ਭਾਈ ਸੋਮਨ ਜੀ ਕੋਲ ਪਹੁੰਚਦੇ ਨੇ ਤੇ ਇੰਨੇ ਦੇ ਵਿੱਚ ਮਜ਼ਦੂਰ ਆਉਂਦੇ ਨੇ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਖਦੇ ਨੇ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਸਾਡੀ ਅੱਜ ਦੀ ਮਜ਼ਦੂਰੀ ਦੇ ਦਿਓ। ਇੱਥੇ ਵੀ ਜਿੱਥੇ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਜਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਅਸੀਂ ਵਿਚਾਰਦੇ ਹਾਂ, ਪੜ੍ਹਦੇ ਹਾਂ, ਉੱਥੇ ਅਸੀਂ ਨਾਲ ਸਮਾਜਿਕ ਸੇਧ ਵੀ ਲੈਣੀ ਹੈ। ਜਦੋਂ ਮਜ਼ਦੂਰ ਆਏ ਗੁਰੂ ਰਾਮਦਾਸ ਮਹਾਰਾਜ ਜੀ ਕੋਲ ਆ ਕੇ ਆਖਦੇ ਨੇ ਸਤਿਗੁਰੂ ਪਾਤਸ਼ਾਹ ਜੀ ਸਾਡੀ ਅੱਜ ਦੀ ਮਜ਼ਦੂਰੀ ਦੇ ਦੇਵੋ। ਬੇਨਤੀ ਕਰਦੇ ਹਾਂ ਜੇ ਕਰਕੇ ਆਖਦੇ ਨੇ ਕਿ ਮਜ਼ਦੂਰ ਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਮਜ਼ਦੂਰੀ ਹੱਥ ਤੇ ਰੱਖ ਦਈਏ ਤੇ ਬਹੁਤ ਖੁਸ਼ੀ ਦੀ ਗੱਲ ਹੈ। ਕਿਸੇ ਗਰੀਬ ਦਾ ਹੱਕ ਜਿਹੜਾ ਹੈ ਉਹ ਮਾਰਨਾ ਨਹੀਂ ਜੀ ਚਾਹੀਦਾ। ਗੁਰੂ ਰਾਮਦਾਸ ਮਹਾਰਾਜ ਜੀ ਨੇ ਭਾਈ ਸੋਮਨ ਨੂੰ ਆਖਿਆ ਕਿ ਭਾਈ ਸੋਮਨ ਕਿ ਦੱਸ ਅੱਜ ਕਿੰਨੀ ਕੁ ਵਟਕ ਹੋਈ ਹੈ। ਭਾਈ ਸੋਮਨ ਨੇ ਕੋਈ ਲਾਲਚ ਨਹੀਂ ਕੀਤਾ, ਕੋਈ ਤ੍ਰਿਸ਼ਨਾ ਨਹੀਂ ਜੇ ਵਿਖਾਈ, ਜਿੰਨੀ ਕੁ ਵਟਕ ਹੋਈ ਸੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥ ਦੇ ਉੱਤੇ ਧਰ ਦਿੱਤੀ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਟਕੇ ਜਿਹੜੇ ਨੇ ਉਹ ਮਜ਼ਦੂਰਾਂ ਦੇ ਵਿੱਚ ਵੰਡ ਦਿੱਤੇ ਨੇ। ਅਗਲੇ ਦਿਨ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਟਹਿਲਦੇ ਭਾਈ ਸੋਮਨ ਜੀ ਕੋਲ ਪਹੁੰਚਦੇ ਨੇ। ਫਿਰ ਆਖਦੇ ਨੇ ਕਿ ਭਾਈ ਸੋਮਨ ਜੀ ਅੱਜ ਕਿੰਨੀ ਕੁ ਵਟਕ ਹੋਈ ਹੈ। ਭਾਈ ਸੋਮਨ ਜੀ ਦੂਜੇ ਦਿਨ ਫਿਰ ਬਿਨਾਂ ਕਿਸੇ ਲਾਲਚ ਤੋਂ, ਬਿਨਾਂ ਕਿਸੇ ਤ੍ਰਿਸ਼ਨਾ ਤੋਂ ਜੋ ਵੀ ਵਟਕ ਹੋਈ ਸੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥ ਦੇ ਉੱਤੇ ਧਰ ਦਿੱਤੀ। ਤੀਜੇ ਦਿਨ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਫਿਰ ਪਹੁੰਚਦੇ ਨੇ ਤੇ ਭਾਈ ਸੋਮਨ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਹਿਣ ਤੋਂ ਪਹਿਲਾਂ ਹੀ ਭੱਜ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਆਏ ਨੇ। ਸਤਿਗੁਰੂ ਪਾਤਸ਼ਾਹ ਜੀ ਨੂੰ ਆਖਦੇ ਨੇ ਸਤਿਗੁਰੂ ਪਾਤਸ਼ਾਹ ਜੀ ਲਓ ਇਹ ਅੱਜ ਦੀ ਵਟਕ ਹੈ। ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਉਹ ਵਟਕ ਗਰੀਬਾਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਵੰਡ ਦਿੱਤੀ ਤੇ ਆਖਦੇ ਨੇ ਕਿ ਭਾਈ ਸੋਮਨ ਸ਼ਾਹ। ਸੋਮਨ ਜਦੋਂ ਸੁਣਦਾ ਸਤਿਗੁਰੂ ਜੀ ਨੂੰ ਆਖਦਾ ਸਤਿਗੁਰੂ ਜੀ ਕਿ ਮੈਂ ਸ਼ਾਹ ਨਹੀਂ, ਮੈਂ ਤਾਂ ਗਰੀਬ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਦੇਣ ਵਾਲਾ ਕਦੇ ਵੀ ਗਰੀਬ ਨਹੀਂ ਜੇ ਹੁੰਦਾ। ਚੇਤਾ ਰੱਖਿਓ ਜਿਹੜਾ ਅੱਜ ਵੀ ਭਾਈ ਸੋਮਨ ਸ਼ਾਹ ਦੇ ਕੁਲ ਦੇ ਨਾਲ ਅਜੇ ਵੀ ਸ਼ਾਹ ਲੱਗਦਾ ਹੈ ਕਿ ਜਿਹੜਾ ਅੱਜ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਰ ਤੇ ਨੀਵਾਂ ਹੋ ਕੇ ਆਉਂਦਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਜੀ ਅੱਜ ਵੀ ਉਹਦੀਆਂ ਝੋਲੀਆਂ ਭਰਦੇ ਨੇ। ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਦੇਵੈ। ਜੋ ਵੀ ਮੰਗਾਂਗੇ ਸਤਿਗੁਰੂ ਜੀ ਤਰਸ ਕਰਕੇ ਦਿੰਦੇ ਨੇ, ਪਰ ਸਾਨੂੰ ਜਾਂਚ ਆਉਣੀ ਚਾਹੀਦੀ ਹੈ ਕਿ ਅਸੀਂ ਮੰਗਣਾ ਕਿਵੇਂ ਹੈ। ਮਾਫ ਕਰਨਾ ਜੇ ਅਰਦਾਸਾਂ ਭਾਵੇਂ ਕਰਦੇ ਹਾਂ ਪਰ ਸਾਨੂੰ ਅਜੇ ਤੱਕ ਗੁਰੂ ਕੋਲੋਂ ਮੰਗਣ ਦੀ ਜਾਂਚ ਨਹੀਂ ਜੇ ਆਈ। ਜਦੋਂ ਨੀਵੇਂ ਹੋ ਕੇ ਆਵਾਂਗੇ, ਭਾਂਡੇ ਨੂੰ ਖਾਲੀ ਕਰਕੇ ਲਿਆਵਾਂਗੇ ਤੇ ਗੁਰੂ ਆਪਣੀ ਬਖਸ਼ਿਸ਼ ਜ਼ਰੂਰ ਕਰੇਗਾ, ਸਾਡੇ ਦੇ ਉੱਤੇ ਤਰਸ ਜ਼ਰੂਰ ਕਰੇਗਾ। ਤੇ ਭਾਈ ਜੇਠਾ ਜੀ ਨੇ ਇਹ ਵਪਾਰ ਕਰਕੇ, ਘੁੰਗਣੀਆਂ ਵੇਚ ਕਰਕੇ ਆਪਣਾ ਤੇ ਨਾਨੀ ਦਾ ਗੁਜ਼ਾਰਾ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਇੱਥੇ ਵੀ ਇੱਕ ਗੱਲ ਜਿਹੜੀ ਹੈ ਉਹ ਵਿਚਾਰਨਯੋਗ ਹੈ। ਮਨੁੱਖ ਦੇ ਜੀਵਨ ਦੇ ਅੰਦਰ ਦੋ ਉਮਰਾਂ ਅਜਿਹੀਆਂ ਨੇ ਜਿਨ੍ਹਾਂ ਉਮਰਾਂ ਦੇ ਵਿੱਚ ਮਨੁੱਖ ਨੂੰ ਜਿਹੜਾ ਹੈ ਉਹ ਸਭ ਤੋਂ ਸਹਾਰੇ ਦੀ ਲੋੜ ਪੈਂਦੀ ਹੈ। ਇੱਕ ਹੈ ਬਚਪਨ। ਬਚਪਨ ਦੇ ਵਿੱਚ ਹਮੇਸ਼ਾ ਹੀ ਮਾਤਾ ਪਿਤਾ ਦੇ ਸਹਾਰੇ ਦੀ ਲੋੜ ਹੁੰਦੀ ਹੈ। ਮਾਤਾ ਪਿਤਾ ਦੇ ਸਹਾਰੇ ਤੋਂ ਬਿਨਾਂ ਬੱਚਾ ਜਿਹੜਾ ਹੈ ਉਹ ਰੁਲ ਜਾਂਦਾ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਬਚਪਨ ਦੇ ਵਿੱਚ ਮਾਤਾ ਪਿਤਾ ਦੇ ਸਹਾਰੇ ਦੀ ਲੋੜ ਹੈ ਤੇ ਬੁਢਾਪੇ ਦੇ ਵਿੱਚ ਬੱਚਿਆਂ ਦੀ ਲੋੜ ਹੈ। ਪਰ ਭਾਵੇਂ ਅੱਜ ਸਾਡਾ ਸਮਾਜ ਪਤਾ ਨਹੀਂ ਕਿਹੜੇ ਕੁਰਾਹੇ ਪੈ ਗਿਆ ਹੈ। ਵੇਖਦੇ ਹਾਂ ਬਿਰਧ ਆਸ਼ਰਮਾਂ ਦੇ ਵਿੱਚ
ਜਿਨ੍ਹਾਂ ਕੋਲ ਇੰਨੇ ਇੰਨੇ ਕਿੱਲੇ ਪੈਲੀ ਵੀ ਹੈ, ਸਭ ਕੁਝ ਹੈ, ਫਿਰ ਵੀ ਬਜ਼ੁਰਗਾਂ ਨੂੰ ਜਿਹੜਾ ਹੈ ਉਹ ਵਿਰਧ ਆਸ਼ਰਮ ਦੇ ਵਿੱਚ ਛੱਡ ਦਿੰਦੇ ਨੇ। ਧਾਰਮਿਕ ਕਰਮ ਭਾਵੇਂ ਅਸੀਂ ਬਹੁਤੇ ਕਰਦੇ ਹਾਂ, ਪਰ ਫਿਰ ਗੱਲ ਉੱਥੇ ਹੀ ਆਉਂਦੀ ਹੈ ਕਿ ਮੰਨਿਆ ਨਹੀਂ ਅਸੀਂ। ਅੱਜ ਇੱਕ ਉਮਰ ਉਹ ਹੈ ਬਚਪਨ ਜਿੱਥੇ ਸਹਾਰੇ ਦੀ ਲੋੜ ਹੈ, ਇੱਕ ਉਮਰ ਹੈ ਬੁਢਾਪਾ ਬਜ਼ੁਰਗ ਜਿੱਥੇ ਸਹਾਰੇ ਦੀ ਲੋੜ ਹੈ। ਜਿੱਥੇ ਇਹਨਾਂ ਦੋਵਾਂ ਨੂੰ ਕਿਸੇ ਦੇ ਸਹਾਰੇ ਦੀ ਲੋੜ ਸੀ, ਅੱਜ ਦੋਵੇਂ ਹੀ ਇੱਕ ਦੂਜੇ ਦਾ ਸਹਾਰਾ ਬਣੇ ਹੋਏ ਨੇ। ਭਾਈ ਜੇਠਾ ਜੀ ਨਾਨੀ ਜੀ ਦਾ ਸਹਾਰਾ ਬਣੇ ਨੇ, ਤੇ ਨਾਨੀ ਜਿਹੜੀ ਹੈ ਉਹ ਭਾਈ ਜੇਠਾ ਜਾਂ ਬੱਚੇ ਦਾ ਜਿਹੜਾ ਹੈ ਉਹ ਸਹਾਰਾ ਬਣੀ ਹੋਈ ਹੈ। ਜਿਹੜੇ ਲੋਕ ਆਖਦੇ ਸਨ ਕਿ ਇਹ ਬੱਚਾ ਕਿੱਥੇ ਜਾਵੇਗਾ, ਕਿੱਥੇ ਸੋਵੇਗਾ, ਕੀ ਖਾਵੇਗਾ, ਕਿਹਦੀ ਸ਼ਰਨ ਦੇ ਵਿੱਚ ਜਾਵੇਗਾ, ਅੱਜ ਅਸੀਂ ਸਾਰੇ ਹੀ ਵੇਖਦੇ ਹਾਂ ਪੂਰੀ ਕਾਇਨਾਤ, ਪੂਰੇ ਸਮੁੱਚੇ ਸੰਸਾਰ ਦੇ ਲੋਕ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਪੱਲਾ ਅੜ ਕੇ ਅਰਦਾਸ ਕਰਦੇ ਨੇ ਕਿ ਇਹ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਆਪਣੀ ਸ਼ਰਨ ਦੇ ਵਿੱਚ ਲੈ ਲਵੋ। ਤਾਂ ਹੀ ਅਸੀਂ ਪਾਵਨ ਬਚਨ ਪਟਕ ਗਿਰਤ ਜੀ ਦੇ ਅਸੀਂ ਪੜ੍ਹਦੇ ਹਾਂ। ਭਾਈ ਪਟਕ ਗਿਰਤ ਜੀ ਸਾਡੇ ਅਰਦਾਸੀਏ ਬਣੇ ਹੋਏ ਨੇ, ਸਾਡੇ ਮੂਹਰੇ ਲੱਗੇ ਅਰਦਾਸ ਸਾਡੇ ਸਾਰਿਆਂ ਵਾਸਤੇ ਕਰਦੇ ਨੇ। ਤੇ ਆਓ ਜਿੱਥੇ ਅਸੀਂ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਅਸੀਂ ਵੀ ਨੀਵੇਂ ਹੋ ਕੇ ਨਿਮਰਤਾ ਦੇ ਨਾਲ ਅਸੀਂ ਗੁਰੂ ਜੀ ਦੇ ਅੱਗੇ ਅਰਦਾਸ ਕਰੀਏ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਗੁਰ ਰਾਮਦਾਸ ਰਾਖੋ ਸ਼ਰਨਾਈ, ਗੁਰ ਰਾਮਦਾਸ ਰਾਖੋ ਸ਼ਰਨਾਈ। ਸੋ ਸਤਿਗੁਰੂ ਪਾਤਸ਼ਾਹ ਜੀ ਸਾਡੇ ਸਾਰਿਆਂ ਤੇ ਤਰਸ ਕਰਨ, ਸਾਨੂੰ ਆਪਣੀ ਸ਼ਰਨ ਦੇ ਨਾਲ ਜੋੜ ਲੈਣ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ। ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੇ ਸਦਕੇ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਧੰਨਵਾਦ ਸਤਿਕਾਰਯੋਗ ਵੀਰ ਅੰਮ੍ਰਿਤਪਾਲ ਸਿੰਘ ਜੀ, ਇਸ ਪਾਵਨ ਅਸਥਾਨ ਦੇ ਹੈੱਡ ਗ੍ਰੰਥੀ, ਅਤੇ ਗੁਰੂ ਨਾਨਕ ਸੇਵਕ ਜਥੇ ਵੱਲੋਂ ਭਾਈ ਅਮਨਦੀਪ ਸਿੰਘ ਜੀ ਅਤੇ ਭਾਈ ਰਤਨ ਸਿੰਘ ਜੀ, ਸਾਰੇ ਗੁਰੂ ਨਾਨਕ ਸੇਵਕ ਜਥੇ ਦੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਹੈ। ਸੋ ਇੰਨੀ ਕੁ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਦੀਆਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।